ਦੋਸਤੋ ਲਾਹੌਰ ਦੇ ਇੱਕ ਬੜੇ ਮੰਨੇ ਪ੍ਰਮੰਨੇ ਹਾਕਮ ਸਨ ਨਵਾਬ ਜ਼ਕਰੀਆ ਖਾਨ। ਇਹ ਜੁਲਾਈ 1745 ਦੇ ਵਿੱਚ ਇਹਨਾਂ ਦਾ ਇੰਤਕਾਲ ਹੋਇਆ ਲਾਹੌਰ ਦੇ ਵਿੱਚ, ਅਤੇ ਲਾਹੌਰ ਦੇ ਵਿੱਚ ਹੀ ਇਹਨਾਂ ਦਾ ਮਕਬਰਾ, ਬਾਗ ਵਗੈਰਾ ਵੀ ਇਹਨਾਂ ਨੇ ਬਹੁਤ ਬਣਾਏ। ਅਤੇ ਨਵਾਬ ਜ਼ਕਰੀਆ ਜਿਹੜੇ ਸਨ, ਇਹਨਾਂ ਦੀ ਜਿਹੜੀ ਇਨਸਾਫ ਪਰਵਰੀ ਹੈ ਉਹ ਬੜੀ ਮਸ਼ਹੂਰ ਸੀ। ਇੱਕ ਵਾਕਿਆ ਹੈਗਾ ਬੜਾ ਅਹਿਮ, ਉਹ ਅੱਜ ਅਗਰ ਮੈਂ ਲਾਹੌਰ ਦੀ ਤਾਰੀਖ, ਲਾਹੌਰ ਦੀ ਮੁਹਾਂਦਰੇ ਨੂੰ ਵੇਖਾਂ ਨਾ, ਤਾਂ ਲੱਗਦਾ ਕਿ ਯਾਰ ਕਦੀ ਲਾਹੌਰ ਐਡਾ ਅੱਛਾ ਵੀ ਸੀ, ਇਸ ਤਰ੍ਹਾਂ ਦੇ ਵੀ ਲੋਕ ਸਨ, ਔਰ ਇਹੋ ਜਿਹੀ ਵੀ ਫਜ਼ਾ ਹੈਗੀ ਸੀ ਕਿ ਸਾਰੇ ਕੌਮਾਂ ਦੇ ਲੋਕ ਕਿੰਨੇ ਰਲ ਮਿਲ ਕੇ ਔਰ ਇੱਕ ਦੂਸਰੇ ਦੇ ਅਹਿਸਾਸ ਦੇ ਨਾਲ ਰਹਿੰਦੇ ਸੀ। ਵਾਕਿਆ ਇਹ ਹੋਇਆ ਕਿ ਲਾਹੌਰ ਦੇ ਵਿੱਚ ਇੱਕ ਬੜਾ ਸ਼ਰਪਸੰਦ ਜਿਹਾ ਆਦਮੀ ਸੀ, ਆਗਾ ਨਾਂ ਸੀ ਉਹਦਾ, ਆਗਾ ਦਾ ਨਾਮ ਤੋਂ ਮਸ਼ਹੂਰ ਸੀ। ਅਤੇ ਉਹ ਆਗਾ ਦਾ ਇਹ ਕੰਮ ਸੀ ਕਿ ਜਿੱਥੇ ਕੋਈ ਕਿਸੇ ਇੱਜ਼ਤਦਾਰ ਘਰ ਦੀ ਕੋਈ ਖੂਬਸੂਰਤ ਔਰਤ ਵੇਖਣੀ ਅਤੇ ਉਹਨੇ ਉੱਥੇ ਫਸਾਦ ਕਰਨਾ। ਆਗਾ ਨੇ ਦੇਖਿਆ ਕਿ ਇੱਕ ਹਿੰਦੂ ਖਾਨਦਾਨ ਹੈਗਾ ਵੇ, ਔਰ ਕਾਰੋਬਾਰੀ ਲੋਕ ਸਨ, ਮੁਅੱਜ਼ਜ਼ ਲੋਕ ਸਨ, ਅਤੇ ਉਹਨਾਂ ਦੀ ਇੱਕ ਖਾਤੂਨ ਦੇ ਉੱਤੇ ਇਹਦੀ ਨਜ਼ਰ ਪੈ ਗਈ। ਹੁਣ ਆਗਾ ਨੇ ਕਿਹਾ ਕਿ ਮੈਂ ਕਿਸੇ ਤਰੀਕੇ ਨਾਲ ਇਹ ਔਰਤ ਇਹਨਾਂ ਕੋਲੋਂ ਖੋਵਾਂ। ਉਹਨੇ ਇੱਕ ਪਲਾਨ ਬਣਾਇਆ, ਔਰ ਉਸ ਪਲਾਨ ਦੇ ਤਹਿਤ ਜਨਾਬ ਸਭ ਤੋਂ ਪਹਿਲੇ ਤਾਂ ਉਹਨੇ ਇਹ ਕੀਤਾ ਕਿ ਇੱਕ ਧੋਬਨ ਜਿਹੜੀ ਸੀ ਉਹਦੇ ਨਾਲ ਰਾਬਤਾ ਕੀਤਾ, ਔਰ ਉਹਨੇ ਦੁਲਹਨ ਦੇ ਕੱਪੜੇ ਪਵਾਏ, ਬਿਲਕੁਲ ਘੂੰਘਟ ਕੱਢਿਆ, ਅਤੇ ਦਾਵਤ ਕੀਤੀ ਆਪਣੇ ਦੋਸਤਾਂ ਦੀ ਅਤੇ ਕੁਝ ਸ਼ਹਿਰ ਦੇ ਮੁਅੱਜ਼ਜ਼ ਲੋਕਾਂ ਦੀ, ਔਰ ਉੱਥੇ ਉਹਨੇ ਕਿਹਾ ਕਿ ਇਹ ਫਲਾਂ ਹਿੰਦੂ ਦੀ ਔਰਤ ਹੈ ਅਤੇ ਇਹਨੇ ਹੁਣ ਇਸਲਾਮ ਕਬੂਲ ਕਰ ਲਿਆ ਅਤੇ ਮੈਂ ਇਹਦੇ ਨਾਲ ਨਿਕਾਹ ਕਰ ਰਿਹਾ। ਅਤੇ ਮੌਲਵੀ ਨੂੰ ਬੁਲਾ ਕੇ ਉਹਨੇ ਉੱਥੇ ਨਿਕਾਹ ਵੀ ਕਰ ਲਿਆ। ਹੁਣ ਲੋਕਾਂ ਨੂੰ ਕੀ ਪਤਾ ਕਿ ਪਰਦੇ ਦੇ ਪਿੱਛੇ ਕੌਣ ਹੈ, ਉਹਨਾਂ ਨੂੰ ਤਾਂ ਇਹੀ ਸੀ ਕਿ ਇੱਕ ਔਰਤ ਹੈ ਔਰ ਇਹ ਫਲਾਂ ਹਿੰਦੂ ਖਾਨਦਾਨ ਦੀ। ਖੈਰ, ਉਹ ਦਾਵਤ ਹੋਈ ਲੋਕ ਚਲੇ ਗਏ। ਅਗਲੇ ਦਿਨ ਆਗਾ ਜਿਹੜਾ ਸੀ ਉਹਨੇ ਕੁਛ ਮੁਸ਼ਟੰਡੇ ਨਾਲ ਲਏ ਅਤੇ ਉਹ ਹਿੰਦੂ ਜਿਹੜੇ ਖਾਨਦਾਨ ਜਿੱਥੇ ਰਹਿੰਦਾ ਸੀ ਉਹਨਾਂ ਦੇ ਮਹੱਲੇ ਚਲਾ ਗਿਆ, ਅਤੇ ਉੱਥੇ ਜਾ ਕੇ ਉਹਨੇ ਦਾਅਵਾ ਕੀਤਾ ਕਿ ਜਨਾਬ ਆਪਣੀ ਔਰਤ ਮੇਰੇ ਹਵਾਲੇ ਕਰੋ, ਕਿਉਂਕਿ ਇਹ ਤਾਂ ਮੁਸਲਮਾਨ ਹੋ ਗਈ ਔਰ ਮੁਸਲਮਾਨ ਔਰਤ ਕਿਸੇ ਗੈਰ ਮੁਸਲਿਮ ਦੇ ਘਰ ਨਹੀਂ ਰਹਿ ਸਕਦੀ। ਉਹ ਹਿੰਦੂ ਬੜਾ ਘਬਰਾਇਆ, ਵਿਚਾਰਾ ਸ਼ਰੀਫ ਆਦਮੀ ਸੀ। ਉਹਨੇ ਕਾਜ਼ੀ ਦੀ ਅਦਾਲਤ 'ਚ ਚਲਾ ਗਿਆ ਕਿ ਜਨਾਬ ਇਹ ਵੇਖੋ ਤੇ ਗਲਤ ਕਰਨ ਡਿਆ। ਪਹਿਲੇ ਉਹਨੇ ਆਪਣੀ ਬੇਗਮ ਨੂੰ ਪੁੱਛਿਆ, ਬੇਗਮ ਨੇ ਕਿਹਾ ਜੀ ਕਿ ਐਸੀ ਗੱਲ ਨਹੀਂ ਹੈਗੀ। ਫਿਰ ਉਹ ਕਾਜ਼ੀ ਦੀ ਅਦਾਲਤ 'ਚ ਚਲਾ ਗਿਆ, ਅਤੇ ਕਾਜ਼ੀ ਨੇ ਜਾ ਕੇ ਜਦੋਂ ਸਾਰਾ ਕੁਝ ਵੇਖਿਆ ਅਤੇ ਉਹਨੇ ਕਿਹਾ ਜੀ ਕਿ ਆਗੇ ਨੂੰ ਕਿਹਾ ਕਿ ਤੇਰੇ ਕੋਲ ਸਬੂਤ ਕੀ? ਉਹਨੇ ਕਿਹਾ ਜੀ ਮੇਰੇ ਕੋਲ ਸਬੂਤ ਹੋਰ ਕੁਝ ਨਹੀਂ ਹੈਗਾ, ਅਤੇ ਤੁਸੀਂ ਇਸ ਔਰਤ ਦੇ ਘਰ ਦੀ ਨਾ ਤਲਾਸ਼ੀ ਲਵੋ, ਜੇ ਤਾਂ ਇੱਥੋਂ ਕੋਈ ਦੁਲਹਨ ਦਾ ਸੂਟ ਮਿਲ ਜਾਵੇ ਜਿਹੜਾ ਇਹਨੇ ਸ਼ਾਦੀ ਦੇ ਵਕਤ, ਨਿਕਾਹ ਦੇ ਵਕਤ ਪਾਇਆ ਸੀ, ਅਤੇ ਫਿਰ ਤਾਂ ਮੈਂ ਸੱਚਾ ਹੋਵਾਂਗਾ, ਅਤੇ ਜੇ ਨਾ ਮਿਲੇ ਤਾਂ ਮੈਂ ਆਪਣੇ ਦਾਅਵੇ ਤੋਂ ਦਸਤਬਰਦਾਰ ਹੋ ਜਾਵਾਂਗਾ। ਕਾਜ਼ੀ ਨੇ ਕਿਹਾ ਠੀਕ ਹੈ। ਅੰਦਰ ਤਲਾਸ਼ੀ ਲਈ ਗਈ ਅਤੇ ਇੱਕ ਸੰਦੂਕ ਦੇ ਵਿੱਚੋਂ ਉਹ ਮਿਲ ਗਿਆ ਜੋੜਾ। ਅੱਛਾ, ਇਹ ਜੋੜਾ ਉਹਨੇ ਉਹ ਧੋਬਨ ਦੇ ਨਾਲ ਰਲ ਕੇ ਰੱਖਿਆ ਸੀ ਅੰਦਰ। ਉਹ ਵਿਚਾਰੇ ਸ਼ਰੀਫ ਲੋਕ ਹਿੰਦੂ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਇਸ ਕੰਮ ਦਾ ਔਰ ਇਸ ਵਾਰਦਾਤ ਦਾ। ਖੈਰ, ਉਹ ਫੈਸਲਾ ਕਾਜ਼ੀ ਨੇ ਦੇ ਦਿੱਤਾ ਆਗਾ ਦੇ ਹੱਕ ਦੇ ਵਿੱਚ। ਹੁਣ ਆਗਾ ਜਦੋਂ ਫੈਸਲਾ ਹੋਇਆ ਅਤੇ ਹਿੰਦੂ ਸਾਰੇ ਇਕੱਠੇ ਹੋਏ, ਔਰ ਉਹਨਾਂ ਨੇ ਕਿਹਾ ਜੀ ਕਿ ਇਹ ਕੋਈ ਫਰੇਬ ਕਰਨ ਡਿਆ ਸਾਡੇ ਨਾਲ, ਸਾਡੀ ਔਰਤ ਤਾਂ ਇੰਝ ਦੀ ਹੈਗੀ ਨਹੀਂ। ਉਹਨਾਂ ਨੇ ਜਨਾਬ ਦਾਅਵਾ ਕਰ ਦਿੱਤਾ ਸੂਬੇਦਾਰ ਦੀ ਅਦਾਲਤ, ਔਰ ਸੂਬੇਦਾਰ ਸੀ ਨਵਾਬ ਜ਼ਕਰੀਆ ਖਾਨ। ਨਵਾਬ ਜ਼ਕਰੀਆ ਦਾ ਇਹ ਤਰੀਕਾਕਾਰ ਸੀ ਕਿ ਰਾਤ ਨੂੰ ਉਹ ਭੇਸ ਬਦਲ ਕੇ ਲਾਹੌਰ ਸ਼ਹਿਰ ਦੇ ਮੁਖਤਲਿਫ ਮਹੱਲਿਆਂ ਦੇ ਵਿੱਚ ਫਿਰਦਾ ਸੀ, ਅਤੇ ਮੁਗਲਪੁਰਾ ਜਿਹੜਾ ਔਰ ਉਹਦੇ ਨਾਲ ਬੇਗਮਪੁਰਾ ਜਿਹੜਾ ਇਲਾਕਾ ਸੀ, ਇਹ ਉਮਰਾ ਦੀ ਬਸਤੀ ਸੀ। ਉਹ ਬੇਗਮਪੁਰੇ ਗਿਆ ਰਾਤ ਨੂੰ, ਅਤੇ ਉਹਨੇ ਜਾ ਕੇ ਲੋਕਾਂ ਦੇ ਵਿੱਚ ਐਵੇਂ ਫਿਰਿਆ ਫੁਰਿਆ, ਅਤੇ ਉਹ ਵਾਕਿਆ ਜਿਹੜਾ ਸੀ ਉਹ ਬੜਾ ਮਸ਼ਹੂਰ ਹੋਇਆ ਸੀ। ਲੋਕ ਗੱਲਬਾਤ ਉਹਦੇ 'ਤੇ ਕਰਨ ਡਏ ਸੀ, ਅਤੇ ਉੱਥੇ ਲੋਕ ਗੱਲ ਕਰਨ ਡਏ ਸੀ ਮੁਸਲਮਾਨ ਜਿਹੜੇ ਸਨ ਕਿ ਯਾਰ ਉਹ ਜਿਹੜਾ ਹਿੰਦੂ ਖਾਨਦਾਨ ਹੈ ਉਹ ਤਾਂ ਬੜੇ ਸ਼ਰੀਫ ਲੋਕ ਸਨ, ਇਹ ਆਗਾ ਜਿਹੜਾ ਨਾ ਇਹ ਕੋਈ ਫਿਤਨਾ ਫਸਾਦ ਵਾਲਾ ਆਦਮੀ, ਔਰ ਇਹਨੇ ਕੋਈ ਯਾਰੀ ਕੀਤੀ ਹੈ ਔਰ ਉਹਨਾਂ ਨੂੰ ਫਸਾਇਆ ਇਹਨੇ। ਫਿਰ ਉਹ ਗਿਆ ਜਿਹੜੇ ਮਹੱਲੇ ਦੇ ਵਿੱਚ ਉਹ ਔਰਤ ਰਹਿੰਦੀ ਸੀ ਹਿੰਦੂ, ਉੱਥੇ ਗਿਆ ਤਾਂ ਉਹਨੇ ਉਹਨਾਂ ਲੋਕਾਂ ਦੀਆਂ ਵੀ ਗੱਲਾਂ ਸੁਣੀਆਂ। ਉਹ ਲੋਕ ਵੀ ਕਹਿ ਰਹੇ ਸੀ ਕਿ ਯਾਰ ਇਹ ਤਾਂ ਬੜੇ ਅੱਛੇ ਲੋਕ ਨੇ, ਔਰ ਇਸ ਔਰਤ ਬਾਰੇ ਤਾਂ ਅਸੀਂ ਕਦੀ ਇੰਝ ਦੀ ਗੱਲ ਹੀ ਨਹੀਂ ਸੁਣ ਸਕਦੇ, ਇਹ ਜ਼ਰੂਰ ਕੋਈ ਨਾ ਫਰੇਬ ਹੋਇਆ। ਹੁਣ ਨਵਾਬ ਜ਼ਕਰੀਆ ਕੋਲ ਇਹ ਦੋ ਤਰ੍ਹਾਂ ਦੇ ਆ ਗਈ ਗੱਲ। ਉਹਨੂੰ ਪਤਾ ਤਾਂ ਲੱਗ ਗਿਆ ਕਿ ਆਗਾ ਜਿਹੜਾ ਹੈ ਇਹ ਇੱਕ ਮਕਾਰ ਔਰ ਯਾਰ ਦੇ ਤੌਰ 'ਤੇ ਮਸ਼ਹੂਰ ਹੈ, ਔਰ ਜਿਹੜਾ ਹਿੰਦੂ ਖਾਨਦਾਨ ਹੈ ਜਿਹਦੀ ਔਰਤ ਦੇ ਨਾਲ ਨਿਕਾਹ ਦੀ ਇਹ ਦਾਅਵਾ ਕਰਨ ਡਿਆ ਨਿਕਾਹ ਦਾ, ਉਹ ਜਿਹੜੇ ਨੇ ਉਹ ਸ਼ਰੀਫ ਲੋਕ ਔਰ ਚੰਗੇ ਨੇਕ ਨਾਮ ਬੰਦੇ ਨੇ, ਔਰ ਸਾਰੇ ਲੋਕ ਉਹਨਾਂ ਦੀ ਗਵਾਹੀ ਦਿੰਦੇ ਨੇ ਉਸ ਔਰਤ ਦੀ ਵੀ।
ਹੁਣ ਉਹਨੇ ਕਿਹਾ ਕਿ ਮਸਲਾ ਕੀ ਹੋ ਸਕਦਾ ਹੈ, ਇਹਨਾਂ ਦੇ ਘਰੋਂ ਕੱਪੜੇ ਵੀ ਮਿਲੇ। ਕੱਪੜਿਆਂ ਦੀ ਜਿਹੜੀ ਗੱਲ ਉਹਨੇ ਸੋਚੀ ਨਾ ਤਾਂ ਉਹਦੇ ਜ਼ਿਹਨ 'ਚ ਧੋਬੀ ਦਾ ਹੈ। ਕਿਉਂਕਿ ਅਮੀਰ ਲੋਕ ਸਨ, ਉਹ ਹਿੰਦੂ ਵੀ, ਉਹਨਾਂ ਦੇ ਵੀ ਘਰ ਦੇ ਕੱਪੜੇ ਕੁਪੜੇ ਧੋਬੀ ਧੋਬਨ ਕੋਲੋਂ ਧੋਂਦੇ ਸਨ, ਔਰ ਆਗਾ ਵੀ ਉਹ ਇਸੇ ਤਰ੍ਹਾਂ ਦਾ ਸੀ। ਅਤੇ ਉਹਨਾਂ ਨੂੰ ਜਦੋਂ ਆਇਆ ਨਾ ਧੋਬਨ ਦਾ ਖਿਆਲ, ਅਤੇ ਨਵਾਬ ਜ਼ਕਰੀਆ ਨੇ ਬੁਲਾਇਆ ਧੋਬਨ ਨੂੰ। ਪਹਿਲੇ ਤਾਂ ਉਹਨਾਂ ਪੁੱਛਿਆ, ਧੋਬਨ ਇਨਕਾਰ ਕਰਦੀ ਰਹੀ। ਉਹਨੇ ਕਿਹਾ ਜੀ ਨਹੀਂ ਇਹ ਨਹੀਂ, ਐਸੀ ਕੋਈ ਗੱਲ ਨਹੀਂ। ਫਿਰ ਉਹ ਜੋ ਸਖਤੀ ਕੀਤੀ, ਜਿਹੜਾ ਤਫਤੀਸ਼ ਦਾ ਤਰੀਕਾ ਹੁੰਦਾ ਵੇ ਹੁਕਮਰਾਨਾਂ ਦਾ, ਉਹ ਜੋ ਸਖਤੀ ਕੀਤੀ ਅਤੇ ਉਹ ਮੰਨ ਗਈ। ਉਹਨੇ ਕਿਹਾ ਜੀ ਆਗਾ ਨੇ, ਮੈਂ ਹੀ ਹੈਗੀ ਸਾਂ ਜਿਹਨੂੰ ਇਹ ਵਾਲੇ ਕੱਪੜੇ ਪਵਾ ਕੇ ਅਤੇ ਲੋਕਾਂ ਦੇ ਸਾਹਮਣੇ ਲਿਆ ਕੇ ਆਗਾ ਨੇ ਨਿਕਾਹ ਕੀਤਾ, ਔਰ ਫਿਰ ਮੈਂ ਹੀ ਦੂਜੇ ਕੱਪੜਿਆਂ ਦੇ ਵਿੱਚ ਜਾ ਕੇ ਨਾ ਅਤੇ ਇਹ ਵਾਲਾ ਸੂਟ ਰਲਾ ਕੇ ਅਤੇ ਉਹ ਹਿੰਦੂ ਖਾਨਦਾਨ ਦੇ ਘਰ ਰੱਖ ਦਿੱਤਾ ਸੀ। ਨਵਾਬ ਜ਼ਕਰੀਆ ਨੇ ਕੀ ਕੀਤਾ, ਉਹਨੇ ਜਨਾਬ ਫੌਰੀ ਤੌਰ 'ਤੇ ਆਰਡਰ ਕੀਤਾ ਕਿ ਇਸ ਧੋਬਨ ਨੂੰ ਔਰ ਆਗਾ ਨੂੰ ਫਾਂਸੀ ਦੇ ਦਿੱਤੀ ਜਾਵੇ, ਔਰ ਉਸ ਤੋਂ ਬਾਅਦ ਜਿਹੜਾ ਉਹ ਹਿੰਦੂ ਖਾਨਦਾਨ ਸੀ ਉਹਦੀ ਤਾਲੀਫ ਕਲਬ ਵਾਸਤੇ, ਉਹਦੀ ਜ਼ਰਾ ਹਮਦਰਦੀ ਵਾਸਤੇ ਉਹਨਾਂ ਨੂੰ ਕੁਛ ਇਨਾਮੋ ਇਕਰਾਮ ਦਿੱਤੇ ਔਰ ਇੱਜ਼ਤ ਅਫਜ਼ਾਈ ਕੀਤੀ ਉਹਨਾਂ ਦੀ। ਅਤੇ ਇਹ ਜਨਾਬ ਇਸ ਤਰ੍ਹਾਂ ਇਹ ਮਾਮਲਾ ਨਿਬੜਿਆ। ਕਿਹਾ ਜਾਂਦਾ ਹੈ ਕਿ ਨਵਾਬ ਜ਼ਕਰੀਆ ਜਿਹੜਾ ਹੈ ਇਹ ਬੜਾ ਆਦਲ ਹੁਕਮਰਾਨ ਸੀ। ਹੋ ਸਕਦਾ ਕਿਤੇ ਹੁਕਮਰਾਨੀ ਦੇ ਵਿੱਚ ਸਖਤੀਆਂ ਵੀ ਹੁੰਦੀਆਂ ਨੇ, ਲੇਕਿਨ ਇਸ ਤਰ੍ਹਾਂ ਦੇ ਕਈ ਵਾਕਿਆਤ ਜਿਹੜੇ ਨੇ ਲਾਹੌਰ ਦੇ ਵਿੱਚ ਉਹ ਉਹਨਾਂ ਤੋਂ ਮਨਸੂਬ ਨੇ। ਅਤੇ ਲਾਹੌਰ ਦੇ ਵਿੱਚ ਕਈ ਤਰ੍ਹਾਂ ਦੇ ਹਾਕਮ ਰਹੇ। ਅੱਜ ਅਸੀਂ ਇੱਕ ਲਾਹੌਰ ਦੇ ਹਾਕਮ ਦੀ ਗੱਲ ਕੀਤੀ, ਅਤੇ ਫਿਰ ਇਨਸ਼ਾਅੱਲਾ ਹੋਰ ਵੀ ਆਹਿਸਤਾ ਆਹਿਸਤਾ ਜਿਵੇਂ ਜਿਵੇਂ ਗੱਲਾਂ ਕੋਈ ਅੱਗੇ ਵਧਣਗੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਲਾਹੌਰ ਦੀ ਤਾਰੀਖ ਔਰ ਪੰਜਾਬ ਦੀ ਜਿਹੜੀ ਤਾਰੀਖ ਹੈ, ਇਹਦੇ ਹਵਾਲੇ ਨਾਲ ਮੇਰਾ ਥੋੜ੍ਹਾ ਬਹੁਤਾ ਕੰਮ ਹੈਗਾ ਵੀ, ਅਤੇ ਮੈਂ ਚਾਹਾਂਗਾ ਜਿੱਥੇ ਕਰੰਟ ਅਫੇਅਰਸ ਦੇ ਹਵਾਲੇ ਨਾਲ ਦੋਸਤਾਂ ਨਾਲ ਸ਼ੇਅਰ ਕਰਨਾ ਵਾ ਚੀਜ਼ਾਂ, ਇੰਝ ਹੀ ਜਿਹੜੇ ਤਾਰੀਖੀ ਆਸਾਰ ਨੇ, ਤਾਰੀਖੀ ਅਹਵਾਲ ਨੇ ਅਤੇ ਤਾਰੀਖੀ ਸ਼ਖਸੀਅਤ ਪਰਸਨੈਲਿਟੀਜ਼ ਨੇ, ਉਹਨਾਂ ਬਾਰੇ ਵੀ ਥੋੜ੍ਹਾ ਥੋੜ੍ਹਾ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ। ਅਤੇ ਜੀਂਦੇ ਰਹੋ, ਵਸਦੇ ਰਹੋ।